ਸਤਿ ਸ਼੍ਰੀ ਅਕਾਲ ਦਰਸ਼ਕੋ। ਪ੍ਰੋਗਰਾਮ ਪਟਿਆਲਾ ਦਰਪਣ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਬੰਦੀਰ। ਕਹਿੰਦੇ ਨੇ ਸਾਹਿਤ ਸਮਾਜ ਦਾ ਧੁਰਾ ਹੁੰਦਾ ਏ। ਸਾਹਿਤਕਾਰ ਜੋ ਕੁਝ ਵੀ ਲਿਖਦਾ ਏ ਉਹ ਜਾਂ ਤਾਂ ਉਹਦੀ ਹੱਡਬੀਤੀ ਹੁੰਦੀ ਹੈ ਤੇ ਜਾਂ ਜਗ ਬੀਤੀ। ਇਸੇ ਕਰਕੇ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਵੀ ਕਿਹਾ ਜਾਂਦਾ ਹੈ ਤੇ ਖਾਸ ਕਰਕੇ ਜੇ ਕੋਈ ਔਰਤ ਲਿਖਦੀ ਹੋਏ ਤਾਂ ਉਹ ਬਹੁਤ ਹੀ ਖਾਸ ਹੋ ਜਾਂਦਾ ਹੈ ਸਾਡੇ ਲਈ ਜਾਣਨਾ, ਕਿਉਂਕਿ ਹਰ ਔਰਤ ਆਪਣੇ ਆਪ ਦੇ ਵਿੱਚ ਇੱਕ ਕਹਾਣੀ ਹੈ ਤੇ ਸਾਡੇ ਅੱਜ ਦੇ ਜੋ ਮਹਿਮਾਨ ਨੇ ਉਹ ਕਹਾਣੀਆਂ ਲਿਖਦੇ ਨੇ। 3 ਕਿਤਾਬਾਂ ਉਹਨਾਂ ਦੀਆਂ ਕਹਾਣੀਆਂ ਦੀਆਂ ਸਾਡੇ ਵਿਚਕਾਰ ਆ ਚੁੱਕੀਆਂ ਨੇ, ਪਾਠਕਾਂ ਦੀ ਝੋਲੀ ਪਾ ਚੁੱਕੇ ਨੇ। ਮੈਡਮ ਮਨਜੀਤ ਕੌਰ ਮੀਤ ਜੀ, ਬਹੁਤ-ਬਹੁਤ ਸਵਾਗਤ ਕਰਦੇ ਹਾਂ ਮੈਮ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਹਾਣੀ ਲਿਖਦੇ ਹੋ? ਹਾਂਜੀ। ਤੇ ਪੜ੍ਹਦੇ ਵੀ ਹੋਵੋਗੇ? ਹਾਂਜੀ। ਇਹ ਸ਼ੌਕ ਤੁਹਾਨੂੰ ਜਿਹੜਾ ਹੈ ਬਚਪਨ ਤੋਂ ਪਿਆ ਹੋਏਗਾ ਤੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਬਚਪਨ ਤੁਹਾਡਾ ਕਿਵੇਂ ਦਾ ਬੀਤਿਆ, ਕਿਵੇਂ ਦਾ ਘਰ ਦਾ ਮਾਹੌਲ ਸੀ, ਕੌਣ-ਕੌਣ ਸੀ ਪਰਿਵਾਰ ਦੇ ਵਿੱਚ, ਇਹ ਲਗਨ ਕਿੱਥੋਂ ਲੱਗੀ? ਐਕਚੁਅਲੀ ਜਿਸ ਟਾਈਮ ਬਚਪਨ ਦੇ ਵਿੱਚ ਨਾ ਮੈਨੂੰ ਬਹੁਤ ਜ਼ਿਆਦਾ ਕਹਾਣੀਆਂ ਪੜ੍ਹਨ ਦਾ ਸ਼ੌਂਕ ਸੀ, ਨਾਵਲ ਪੜ੍ਹਨ ਦਾ ਸ਼ੌਂਕ ਸੀ। ਮਤਲਬ ਜਦੋਂ 5ਵੀਂ ਪਾਸ ਤੋਂ ਬਾਅਦ 5ਵੀਂ 'ਚ ਪੜ੍ਹਦੀ ਸੀਗੀ, ਉਸ ਤੋਂ ਬਾਅਦ ਜਦੋਂ ਮੈਂ ਪੰਜਾਬੀ ਚੰਗੀ ਤਰ੍ਹਾਂ ਪੜ੍ਹਨੀ ਸ਼ੁਰੂ ਕੀਤੀ ਤੇ ਉਸ ਟਾਈਮ ਫਿਰ ਮੈਂ ਨਾਲ ਦੀ ਨਾਲ ਕਹਾਣੀਆਂ ਲਿਖਦੀ ਸੀਗੀ, ਆਪਣੇ ਆਪ ਹੀ ਕਵਿਤਾਵਾਂ ਵੀ ਲਿਖਦੀ ਸੀਗੀ ਤੇ ਇਹ ਮਤਲਬ ਬਚਪਨ ਤੋਂ ਹੀ ਮੈਨੂੰ ਸ਼ੌਂਕ ਜਾਗ ਗਿਆ ਸੀ। ਲੇਕਿਨ ਉਸ ਤੋਂ ਬਾਅਦ ਜਿਸ ਟਾਈਮ ਵੱਡੀ ਹੋਈ ਤਾਂ ਮੇਰੀ ਖੁਸ਼ਕਿਸਮਤੀ ਇਹ ਸੀਗੇ, ਜਦ ਮੈਂ ਨੌਕਰੀ ਦੇ ਕਾਬਲ ਹੋਈ ਤਾਂ ਸਭ ਤੋਂ ਪਹਿਲਾਂ ਮੈਂ ਭਾਸ਼ਾ ਭਾਗ ਦੇ ਵਿੱਚ ਮੈਂ ਜੌਬ ਜੁਆਇਨ ਕੀਤੀ ਤੇ ਉੱਥੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਭਾਸ਼ਾ ਵਿਭਾਗ ਆ ਉਹ ਤਾਂ ਇੱਕ ਗਿਆਨ ਦਾ ਸਾਗਰ ਹੈ ਜੀ। ਤੇ ਉੱਥੇ ਤਾਂ ਮਤਲਬ ਕਹਾਵਤ ਹੈਗੀ ਵੀ ਚਾਹੇ ਜਿਹੜਾ ਮਰਜ਼ੀ ਕੋਲ ਦੀ ਵੀ ਲੰਘ ਜਾਏ ਨਾ ਉਹ ਵੀ ਸਾਹਿਤਕਾਰ ਬਣ ਜਾਂਦਾ ਭਾਸ਼ਾ ਵਿਭਾਗ ਦੇ। ਤੇ ਫਿਰ ਸਾਡੇ ਕੋਲ ਤਾਂ ਮੈਂ ਤਾਂ ਟੈਕਨੀਕਲ ਡਿਊਟੀ ਜੁਆਇਨ ਕੀਤੀ ਸੀ ਮੇਰੀ, ਉਸ ਟਾਈਮ ਮੈਂ ਕਾਪੀ ਹੋਲਡਰ ਐਜ ਏ ਸੀਗੀ ਤੇ ਫਿਰ ਮੇਰੀ ਮਤਲਬ ਜਿਹੜੀ ਇਹ ਰੂਹ ਦੀ ਖੁਰਾਕ ਸੀਗੀ ਮੈਨੂੰ ਉੱਥੇ ਮਿਲ ਗਈ। ਕਿਤਾਬਾਂ ਪੜ੍ਹਨ ਬਾਰੇ ਰਿਵਿਊ ਕਰਨ ਦੀ ਡਿਊਟੀ ਸੀਗੀ ਸਾਰੀ ਤੇ ਇਸ ਤਰ੍ਹਾਂ ਉੱਥੇ ਜਾ ਕੇ ਮਤਲਬ ਖੂਬ ਸਾਹਿਤ ਮੈਂ ਪੜ੍ਹਿਆ। ਜੀ। ਹਰ ਔਰਤ ਦੀ ਜ਼ਿੰਦਗੀ ਦੇ ਵਿੱਚ 2 ਪੱਖ ਹੁੰਦੇ ਨੇ, ਹਨਾ, ਇੱਕ ਉਹਦੇ ਬਚਪਨ ਦਾ ਤੇ ਦੂਜਾ ਪੱਖ ਹੁੰਦਾ ਕਿ ਉਹਦੇ ਵਿਆਹ ਤੋਂ ਬਾਅਦ ਦਾ। ਤੇ ਤੁਸੀਂ ਜਿਸ ਵੇਲੇ ਨੌਕਰੀ ਜੁਆਇਨ ਕੀਤੀ ਉਸ ਵੇਲੇ ਤੁਹਾਡਾ ਵਿਆਹ ਹੋ ਚੁੱਕਿਆ ਸੀ? ਨਹੀਂ, ਉਸ ਟਾਈਮ ਮੈਂ ਅਨਮੈਰਿਡ ਸੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਨਾ ਇਹ ਹੁੰਦਾ ਸੀਗਾ ਵੀ ਤੁਸੀਂ ਨਾ ਵੀ ਜਿੱਥੇ ਵੀ ਤੁਸੀਂ ਇੰਟਰਵਿਊ ਦੇਣ ਜਾਂਦੇ ਸੀ ਮੈਂ ਉੱਥੇ ਸਿਲੈਕਟ ਹੋ ਜਾਂਦੀ ਸੀ। ਕਈ ਦਫ਼ਤਰਾਂ 'ਚ ਇਸ ਤਰ੍ਹਾਂ ਮਤਲਬ ਮੈਂ ਤੇ ਉਸ ਤੋਂ ਬਾਅਦ ਲਾਸਟ 'ਚ ਜਦ ਮੈਂ ਭਾਸ਼ਾ ਭਾਗ ਦੇ ਵਿੱਚ ਆਈ ਤਾਂ ਫਿਰ ਭਾਸ਼ਾ ਭਾਗ ਦੇ ਵਿੱਚ ਆਉਣ ਕਰਕੇ ਫਿਰ ਉਹ ਮੇਰੀ ਰੈਗੂਲਰ ਪੋਸਟ ਸੀਗੀ ਤੇ ਉੱਥੇ ਫਿਰ ਮੇਰੀ ਮਤਲਬ ਭਾਸ਼ਾ ਭਾਗ 'ਚ ਆਉਣ ਤੋਂ ਬਾਅਦ ਹੀ ਮੇਰੀ ਵਿਆਹ ਦੀ ਗੱਲ ਚੱਲੀ। ਤੇ ਜਿਸ ਟਾਈਮ ਤੁਹਾਨੂੰ ਪਤਾ ਹੀ ਹੈ ਤੇ ਜਦ ਬੇਟੀਆਂ ਵੱਡੀਆਂ ਹੋ ਜਾਂਦੀਆਂ ਤਾਂ ਘਰ ਦੇ ਵਿੱਚ ਵਿਆਹ ਦੀ ਗੱਲ ਚੱਲਦੀ ਆ ਤਾਂ ਉਸ ਤਰ੍ਹਾਂ ਮੇਰੇ ਤੋਂ ਵੀ ਪੁੱਛਿਆ ਗਿਆ ਵੀ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਵੀ ਤੈਨੂੰ ਜੀਵਨ ਸਾਥੀ ਚਾਹੀਦਾ, ਪੇਰੈਂਟਸ ਨੇ ਪੁੱਛਿਆ ਤੇ ਬਸ ਮੇਰੀ ਇਹੀ ਚੋਇਸ ਸੀਗੀ ਵੀ ਮੈਂ ਇੱਕ ਫੌਜੀ ਨਾਲ ਹੀ ਵਿਆਹ ਕਰਾਉਣਾ। ਜੀ। ਤੇ ਤੁਹਾਡਾ ਵਿਆਹ ਕਿੱਥੇ ਹੋਇਆ? ਵਿਆਹ ਮੇਰੇ ਇੱਥੇ ਸੀ, ਆਪਣਾ ਜਿਹੜੇ ਮੇਰੇ ਹਸਬੈਂਡ ਸੀ ਪਟਿਆਲੇ, ਉਹਨਾਂ ਦੀ ਪੋਸਟਿੰਗ ਸੀਗੀ ਤੇ ਪਟਿਆਲੇ ਮਤਲਬ ਜਿਸ ਟਾਈਮ ਉਹ ਘਰ ਦੇ ਕੋਲੋਂ ਹੀ ਲੰਘਦੇ ਹੁੰਦੇ ਸੀ, ਆਉਂਦੇ ਜਾਂਦੇ ਸੀਗੇ ਮੋਟਰਸਾਈਕਲ ਤੇ ਫਿਰ ਬਸ ਇਹਨਾਂ ਨੇ ਜਿਸ ਟਾਈਮ ਦੇਖਿਆ ਤੇ ਵੀ ਇਹ ਇੱਕਦਮ ਮੈਂ ਸੋਚਿਆ ਵੀ ਮੈਂ ਕਿਹਾ ਵੀ ਮੇਰੀ ਚੋਇਸ ਪੂਰੀ ਹੋਣੀ ਹੈ ਵੀ ਮੈਂ ਤਾਂ ਮੇਰੇ ਤਾਂ ਬਚਪਨ ਦੀ ਸੋਚ ਹੈ ਵੀ ਮੈਂ ਫੌਜੀ ਨਾਲ ਹੀ ਵਿਆਹ ਕਰਾਉਂਗੀ, ਕਿਉਂਕਿ ਜਿਹੜੇ ਫੌਜੀ ਆ ਵੀ ਉਹ ਦੇਸ਼ ਲਈ ਇੰਨੀ ਕੁਰਬਾਨੀ ਦਿੰਦੇ ਆ। ਤੇ ਮੈਂ ਇੱਕ ਬਚਪਨ 'ਚ ਪਿਕਚਰ ਦੇਖੀ ਸੀ ਉਪਕਾਰ ਤੇ ਉਹ ਮੇਰੇ ਦਿਮਾਗ ਦੇ ਵਿੱਚ ਬੈਠਿਆ ਹੋਇਆ ਸੀਗਾ ਵੀ ਫੌਜੀਆਂ ਲਈ ਮੇਰੇ ਅੰਦਰ ਜਜ਼ਬਾਤ ਸੀਗੇ ਵੀ ਜੇਕਰ ਫੌਜੀ ਦੇਸ਼ ਲਈ ਇੰਨੀ ਕੁਰਬਾਨੀਆਂ ਦੇ ਸਕਦੇ ਆ ਤਾਂ ਮੈਂ ਇੱਕ ਉਹਨਾਂ ਦਾ ਹਿੱਸਾ ਬਣ ਸਕਦੀ ਹਾਂ, ਉਹਨਾਂ ਦੀ ਜੀਵਨ ਸਾਥਣ ਬਣ ਕੇ। ਤੇ ਇਸ ਕਰਕੇ ਫਿਰ ਮੈਂ ਫੌਜੀ ਸਾਹਿਬ ਦੇ ਨਾਲ ਸਾਡੀ ਮੈਰਿਜ ਹੋ ਗਈ, ਗੱਲਬਾਤ ਚੱਲੀ ਤਾਂ ਚਲੋ ਵਿਆਹ ਹੋ ਗਿਆ। ਤੇ ਫਿਰ ਮਤਲਬ ਜਦੋਂ ਮੈਂ ਮਤਲਬ ਘਰਦਿਆਂ ਨੇ ਕਿਹਾ ਸੀਗਾ ਵੀ ਤੂੰ ਨਾ ਬਹੁਤ ਵੱਡਾ ਰਿਸਕ ਲੈ ਰਹੀ ਆਂ ਫੌਜੀ ਨਾਲ ਵਿਆਹ ਕਰਾ ਕੇ, ਘਰ ਦੇ ਬਿਲਕੁਲ ਨਹੀਂ ਸੀ ਇਸ ਚੀਜ਼ ਨੂੰ ਮੰਨਦੇ ਤੇ ਪਰ ਮੈਂ ਫਿਰ ਜਿਸ ਟਾਈਮ ਮੇਰੀ ਮਤਲਬ ਮੇਰਾ ਜਨੂਨ ਸੀਗਾ ਇਹ ਤੇ ਚਲੋ ਫਿਰ ਜਦ ਸਾਡੀ ਮੈਰਿਜ ਹੋ ਗਈ ਤੇ ਉਸ ਤੋਂ ਬਾਅਦ ਫਿਰ ਮਤਲਬ ਮੈਨੂੰ ਇੱਦਾਂ ਹੋ ਗਿਆ ਜਿੱਦਾਂ ਵੀ ਮੈਂ ਸੁਰਗਾਂ 'ਚ ਆ ਗਈ ਵੀ ਫੌਜੀ ਨਾਲ ਵਿਆਹ ਕਰਾ ਕੇ ਨਾ ਮਤਲਬ ਇਹਨਾਂ ਨਾਲ ਜ਼ਿੰਦਗੀ ਬਤੀਤ ਕਰਕੇ ਮੈਨੂੰ ਬੜਾ ਅੱਛਾ ਲੱਗਿਆ। ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤੇ ਦੇਖਿਆ ਵੀ ਸਿਰਫ ਮੇਰੀ ਇਹ ਪ੍ਰੋਬਲਮ ਨਹੀਂ ਸੀਗੀ ਤੇ ਜਿਹੜੀਆਂ ਹੋਰ ਫੌਜੀਆਂ ਹੈਗੀਆਂ ਤੇ ਉਹਨਾਂ ਦੀਆਂ ਵੀ ਇਹ ਜਦ ਮੈਂ ਹਾਲਾਤ ਦੇਖੇ ਉਹਨਾਂ ਦੇ ਤੇ ਉਸ ਤੋਂ ਬਾਅਦ ਫਿਰ ਮੈਨੂੰ ਮੇਰੀ ਕਲਮ ਨੇ ਇਹਨਾਂ ਬਾਰੇ ਲਿਖਿਆ ਤੇ ਮੇਰੀ ਇਹ 2010 ਦੇ ਵਿੱਚ ਪਹਿਲੀ ਕਿਤਾਬ ਆਈ ਜਦੋਂ ਕੋਈ ਫੌਜਣ ਹੁੰਦੀ।
ਜਦੋਂ ਤੁਹਾਡਾ ਵਿਆਹ ਹੋ ਗਿਆ ਤਾਂ ਉਸ ਤੋਂ ਬਾਅਦ ਜਿੱਥੇ ਜਿੱਥੇ ਤੁਹਾਡੇ ਪਤੀ ਦੇਵ ਦੀ ਪੋਸਟਿੰਗ ਰਹੀ, ਤੁਸੀਂ ਉੱਥੇ ਉੱਥੇ ਨਾਲ ਗਏ ਜਾਂ ਇਕੱਲੇ ਵੀ ਤੁਹਾਨੂੰ ਪਰਿਵਾਰ 'ਚ ਰਹਿਣ ਦਾ ਮੌਕਾ ਮਿਲਿਆ? ਨਹੀਂ ਜੀ, ਜਿਸ ਤਰ੍ਹਾਂ ਮੇਰਾ ਪਟਿਆਲੇ ਸੀ ਹੈੱਡ ਆਫਿਸ ਭਾਸ਼ਾ ਵਿਭਾਗ ਦਾ, ਤੇ ਪਟਿਆਲੇ ਮੇਰੇ ਪੇਰੈਂਟਸ ਰਹਿੰਦੇ ਸੀਗੇ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਮੇਰੇ ਹਸਬੈਂਡ ਦੀ ਪੋਸਟਿੰਗ ਪਹਿਲਾਂ ਗਵਾਲੀਅਰ ਦੀ ਹੋ ਗਈ, ਪੁਣੇ ਦੀ ਹੋ ਗਈ, ਜੱਬਲਪੁਰ ਦੀ ਹੋ ਗਈ। ਤੇ ਜਿਸ ਤਰ੍ਹਾਂ ਮੈਂ ਛੁੱਟੀਆਂ ਵਿੱਚ ਆਉਂਦੀਆਂ ਸੀਗੀਆਂ, ਬੱਚਿਆਂ ਨੂੰ ਛੁੱਟੀਆਂ ਸਕੂਲੋਂ ਹੁੰਦੀਆਂ ਸੀਗੀਆਂ, ਤਾਂ ਫਿਰ ਅਸੀਂ ਚਲੇ ਜਾਂਦੇ ਸੀ। ਤੇ ਅਦਰਵਾਈਜ਼ ਜਿਹੜੇ ਮੇਰੇ ਹਸਬੈਂਡ ਸੀਗੇ ਨਾ, ਵੀ ਇਹ ਸਾਡੀ ਫੈਮਿਲੀ ਦਾ ਬਹੁਤ ਧਿਆਨ ਰੱਖਦੇ ਸੀ। ਇਹਨਾਂ ਨੇ ਮਹੀਨੇ 'ਚ 1-2 ਵਾਰੀ ਆ ਹੀ ਜਾਂਦੇ ਸੀ, ਭਾਵੇਂ ਇਹ ਜੱਬਲਪੁਰ ਹੋਣ, ਭਾਵੇਂ ਪੁਣੇ ਹੋਣ, ਜਿੱਥੇ ਮਰਜ਼ੀ ਹੋਣ। ਹਾਂਜੀ। ਤਾਂ ਕੁੱਲ ਮਿਲਾ ਕੇ ਤੁਹਾਡਾ ਜਿਹੜਾ ਇੱਕ ਸ਼ੌਕ ਸੀ ਕਿ ਤੁਸੀਂ ਇੱਕ ਫੌਜੀ ਨਾਲ ਵਿਆਹ ਕਰਵਾਉਣਾ, ਹਾਂਜੀ ਹੈਨਾ, ਹਾਂਜੀ। ਤੇ ਤੁਸੀਂ ਕਿਉਂਕਿ ਪੰਜਾਬੀ ਦੇ ਵਿੱਚ ਨਾ ਇੱਕ ਚੀਜ਼ ਸਾਡੇ ਸੱਭਿਆਚਾਰ ਦੇ ਵਿੱਚ ਬੜੀ ਉਹ ਹੈ ਕਿ ਜੇ ਪਟਵਾਰੀ ਦੀ ਘਰ ਵਾਲੀ ਹੈ ਤਾਂ ਉਹ ਪਟਵਾਰਨ, ਤੁਸੀਂ ਫੌਜੀ ਦੇ ਘਰ ਵਾਲੀ ਸੀ, ਤੁਸੀਂ ਫੌਜਣ ਬਣ ਗਏ। ਤੇ ਤੁਹਾਡੀ ਕਿਤਾਬ ਦਾ ਸਿਰਲੇਖ ਵੀ ਜਦੋਂ ਕੋਈ ਫੌਜਣ ਹੁੰਦੀ ਹੈ, ਕੀ ਹੈ ਇਸ ਕਿਤਾਬ 'ਚ? ਤੇ ਇਹ ਨਾ ਮਤਲਬ ਜਦੋਂ ਕੋਈ ਫੌਜਣ ਹੁੰਦੀ ਹੈ, ਇਹ ਕਿਤਾਬ ਨਾ, ਮੈਂ ਇਹਦੇ ਵਿੱਚ 16 ਕਹਾਣੀਆਂ ਮੇਰੀਆਂ, ਤੇ ਇਹਦੇ ਵਿੱਚ ਸਾਰੀਆਂ ਮਤਲਬ ਕੁਛ ਤਾਂ ਮੈਂ ਖੁਦ ਦਰਦ ਹੰਢਾਏ, ਤੇ ਕੁਛ ਜਿਹੜੀਆਂ ਮਤਲਬ ਫੌਜੀਆਂ ਦੀਆਂ ਬੀਵੀਆਂ ਸੀਗੀਆਂ, ਜ਼ਿਆਦਾ ਮੈਨੂੰ ਪਿੰਡਾਂ 'ਚ ਰਹਿਣ ਦਾ ਮੌਕਾ ਮਿਲਿਆ। ਤੇ ਉੱਥੇ ਜਦੋਂ ਮੈਂ ਇਹਨਾਂ ਦੇ ਫੌਜਣਾਂ ਦੇ ਦਰਦ ਦੇਖੇ ਨਾ, ਤਾਂ ਮੇਰੇ ਤੋਂ ਰਿਹਾ ਨਹੀਂ ਗਿਆ। ਮਤਲਬ ਜਿਹੜੇ ਫੌਜੀ ਆ, ਇਹ ਤਾਂ ਵਿਚਾਰੇ ਬਾਰਡਰਾਂ ਤੇ ਹੁੰਦੇ ਆ, ਹਨਾ, ਇਹ ਤਾਂ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਹੁੰਦੇ ਆ। ਹਾਂਜੀ। ਤੇ ਜਿਹੜੀਆਂ ਪਿੱਛੇ ਫੌਜਣਾਂ ਵਿੱਚ ਰਹਿੰਦੀਆਂ ਨੇ, ਦੇਖੋ ਉਹਨਾਂ ਨੇ ਆਪਣੇ ਬਜ਼ੁਰਗ ਸੱਸ ਸਹੁਰਿਆਂ ਨੂੰ ਵੀ ਸੰਭਾਲਣਾ, ਉਹਨਾਂ ਨੇ ਬੱਚੇ ਵੀ ਸੰਭਾਲਣੇ ਆ, ਤੇ ਉਹਨਾਂ ਨੇ ਫੌਜੀ ਨੂੰ ਮਤਲਬ ਜਿਸ ਟਾਈਮ ਫੌਜੀ ਦੀ ਯਾਦ ਦੇ ਵਿੱਚ ਉਹਨਾਂ ਨੇ ਮਤਲਬ ਬਿਰਹਾਵ ਦੀ ਪੀੜ ਦੇ ਵਿੱਚ ਚਰਖੇ ਵੀ ਕੱਤਣੇ ਆ। ਅੱਛਾ, ਮੇਰੀ ਆਦਤ ਸੀਗੀ ਮੈਂ ਲਿਖਣਾ ਫਾੜ ਦੇਣਾ, ਲਿਖਣਾ ਸਾਈਡ ਤੇ ਰੱਖ ਦੇਣਾ। ਉੱਥੇ ਫਿਰ ਸਾਡੇ ਮਤਲਬ ਮੇਰੇ ਸੀਨੀਅਰ ਸੀਗੇ ਮਿਸਟਰ ਬਲਕਾਰ ਸਿੱਧੂ, ਤੇ ਉਹ ਮੈਨੂੰ ਕਹਿੰਦੇ ਵੀ ਤੂੰ ਇੰਨਾ ਵਧੀਆ ਲਿਖ ਲੈਂਦੀ ਆ, ਤਾਂ ਕਿਉਂ ਨਹੀਂ ਵੀ ਤੂੰ ਇਸ ਨੂੰ ਮਤਲਬ ਇੱਕ ਕਿਤਾਬੀ ਰੂਪ ਦਿੰਦੀ। ਫਿਰ ਜਿਸ ਟਾਈਮ ਉਹਨਾਂ ਨੇ ਸਹਿਜ ਸੁਭਾਵਾਂ 'ਚ ਸਾਡੀ ਡਿਊਟੀ ਬਣਦੀ ਸਹਿਜ ਸੁਭਾਵਾਂ ਦੇ ਵਿੱਚ ਜਾਣ ਦੀ, ਉੱਥੇ ਦੇਖਣਾ, ਇਹ ਸਾਡੀ ਮਤਲਬ ਸਾਡੇ ਕਾਰਜ ਖੇਤਰ 'ਚ ਆਉਂਦਾ ਸੀ ਦਫ਼ਤਰ ਵੱਲੋਂ। ਤੇ ਫਿਰ ਮੈਂ ਸਹਿਜ ਸੁਭਾਵਾਂ 'ਚ ਜਾਣ ਲੱਗੀ। ਉੱਥੇ ਵੱਡੇ ਵੱਡੇ ਵਿਦਵਾਨ ਜਿਸ ਤਰ੍ਹਾਂ ਡਾਕਟਰ ਲਵ ਸਿੰਘ ਖੀਵਾ ਸੀਗੇ, ਉਹਨਾਂ ਦਾ ਮੈਂ ਲੈਕਚਰ ਸੁਣਿਆ। ਡਾਕਟਰ ਆਪਣਾ ਸੀਗੇ ਗੁਰਨਾਮ ਕੰਵਰ ਜੀ, ਉਹਨਾਂ ਦੇ ਮੈਂ ਲੈਕਚਰ ਸੁਣੇ। ਉਹਨਾਂ ਦੇ ਲੈਕਚਰ ਸੁਣ ਕੇ ਨਾ, ਜਦ ਕੁਛ ਤਾਂ ਵੈਸੇ ਮੇਰੇ ਅੰਦਰ ਮਤਲਬ ਕਾਫੀ ਗਿਆਨ ਪ੍ਰਾਪਤ ਹੋ ਗਿਆ ਉਹਨਾਂ ਦੀਆਂ ਗੱਲਾਂ ਸੁਣ ਕੇ। ਤੇ ਫਿਰ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਤੂੰ ਇੰਨੀ ਅੱਛੀਆਂ ਸਟੋਰੀਜ਼ ਲਿਖ ਲੈਂਦੇ, ਤੂੰ ਇੱਕ ਬੁੱਕ ਲਿਖ, ਨਾਲੇ ਤੂੰ ਸਾਡੀ ਮੈਂਬਰ ਬਣ ਜਾਏਗੀ ਲੁਧਿਆਣਾ ਸਾਹਿਤ ਅਕੈਡਮੀ ਦੀ, ਤੇ ਨਾਲੇ ਮਤਲਬ ਤੇਰਾ ਸਾਹਿਤਕਾਰਾਂ 'ਚ ਨਾਮ ਆ ਜਾਏਗਾ। ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਇਹ ਸਾਰੀਆਂ ਫੌਜੀਆਂ ਤੇ ਕਵਿਤਾ ਕਹਾਣੀਆਂ ਤਾਂ ਬੜੀ ਦੇਰ ਤੋਂ ਲਿਖੀਆਂ ਹੋਈਆਂ ਸੀਗੀਆਂ, ਪਰ ਕਿਸੇ ਗੁਰੂ ਦੀ ਜ਼ਰੂਰਤ ਹੁੰਦੀ ਹੈ ਨਾ। ਤੇ ਫਿਰ ਉਸ ਤੋਂ ਬਾਅਦ ਮਤਲਬ ਮੈਂ ਸਾਡੇ ਡਾਕਟਰ ਅਵਤਾਰ ਸਿੰਘ ਪਤੰਗ ਸੀਗੇ, ਫਿਰ ਮੈਂ ਉਹਨਾਂ ਕੋਲ ਸਾਰੀਆਂ ਆਪਣੀਆਂ ਕਹਾਣੀਆਂ ਲੈ ਕੇ ਗਈ। ਉਹਨਾਂ ਨੇ ਬੜੀ ਬਰੀਕੀ 'ਚ ਮੈਨੂੰ ਕਹਾਣੀਆਂ ਬਾਰੇ ਸਮਝਾਇਆ, ਤੇ ਉਸ ਤੋਂ ਬਾਅਦ ਫਿਰ ਇਹ ਮੇਰਾ ਕਿਤਾਬੀ ਰੂਪ ਦਿੱਤਾ ਗਿਆ। ਵੈਸੇ ਮੰਨਿਆ ਵੀ ਜਾਂਦਾ ਤੇ ਹਕੀਕਤ ਵੀ ਹੈ ਕਿ ਕਲਾ ਜਿਹੜੀ ਹੈ ਨਾ, ਇਹ ਰੱਬ ਵੱਲੋਂ ਇੱਕ ਦਾਤ ਬਖਸ਼ੀ ਹੋਈ ਹੁੰਦੀ ਹੈ, ਹਰ ਕਿਸੇ 'ਚ ਨਹੀਂ ਹੁੰਦੀ, ਹੈ ਨਾ। ਤੇ ਜੇ ਤੁਹਾਡੇ ਦੇ ਵਿੱਚ ਇਹ ਕਲਾ ਹੈ ਸੀ, ਤੇ ਤੁਸੀਂ ਇਸ ਨੂੰ ਜਿਹੜਾ ਹੈ ਕਿਤਾਬੀ ਰੂਪ ਵੀ ਦਿੱਤਾ ਲਿਖਣ ਨੂੰ। ਕਦੇ ਇਸ ਤਰ੍ਹਾਂ ਦਾ ਤੁਹਾਡੇ ਨਾਲ ਕੋਈ ਵਾਕਿਆਤ ਹੋਇਆ ਹੋਏ ਕਿ ਤੁਹਾਡਾ ਕੋਈ ਲੇਖ ਜਾਂ ਤੁਹਾਡੀ ਕੋਈ ਕਹਾਣੀ ਪੜ੍ਹ ਕੇ ਤੁਹਾਨੂੰ ਫੀਡਬੈਕ ਆਈ ਹੋਵੇ, ਜਿਹੜੀ ਤੁਹਾਨੂੰ ਯਾਦ ਹੋਏ ਕਿ ਕਿਸੇ ਨੇ ਬਹੁਤ ਚੰਗੇ ਢੰਗ ਨਾਲ ਤੁਹਾਨੂੰ ਕਿਹਾ ਹੋਏ ਕਿ ਸਾਨੂੰ ਚੰਗਾ ਲੱਗਿਆ ਇਹ ਪੜ੍ਹ ਕੇ? ਮਤਲਬ ਜਿਸ ਟਾਈਮ ਇਹ ਕਹਾਣੀ ਲਿਖੀ ਸੀ ਨਾ, ਮੈਂ ਜਦੋਂ ਕੋਈ ਫੌਜਣ ਹੁੰਦੀ ਹੈ, ਇਹ ਮਤਲਬ ਬਹੁਤ ਫੌਜੀਆਂ ਦੇ ਫੋਨ ਆਏ, ਮਤਲਬ ਇੱਥੋਂ ਤੱਕ ਨਾ ਕਿ ਮੈਂ ਇੱਕ ਚਲੋ ਕਹਾਣੀਆਂ ਤਾਂ ਮੈਂ ਲਿਖੀਆਂ ਸੋ ਲਿਖੀਆਂ, ਤੇ ਇੱਕ ਵਾਰੀ ਮੈਂ ਇੱਕ ਲਿਖਿਆ ਸੀ ਆਰਟੀਕਲ, ਫੌਜੀ ਹੁੰਦੇ ਰੱਬ ਵਰਗੇ। ਤੇ ਉਸ ਟਾਈਮ ਨਾ ਮਤਲਬ ਉਹ ਜਿਹੜਾ ਮੈਨੂੰ ਬੜੀਆਂ ਲੋਕਾਂ ਦੀਆਂ ਮਤਲਬ ਚਿੱਠੀਆਂ ਵੀ ਮਿਲੀਆਂ, ਪਰਸਨਲੀ ਫੋਨ ਵੀ ਕੀਤੇ ਉਹਨਾਂ ਨੇ। ਤਾਂ ਸਭ ਤੋਂ ਜ਼ਿਆਦਾ ਨਾ ਮੈਨੂੰ ਖੁਸ਼ੀ ਦੀ ਇਹ ਗੱਲ ਸੀਗੀ ਵੀ 2 ਲੜਕੀਆਂ ਸੀ ਜਿਹੜੀਆਂ ਨਾ ਮਤਲਬ ਤਲਾਕ ਲੈਣ ਤੱਕ ਬੈਠੀਆਂ ਸੀ ਤਿਆਰ ਫੌਜੀਆਂ ਕੋਲੋਂ। ਤੇ ਕਿਉਂਕਿ ਕੁੜੀਆਂ ਨਾ ਫੌਜੀਆਂ ਦੀ ਡਰੈਸ ਦੇਖ ਕੇ ਮਰ ਮਿਟ ਜਾਂਦੀਆਂ ਮੇਰੇ ਵਾਂਗੂ, ਪਰ ਨਿਭਾਉਂਦੀ ਕੋਈ ਹੈ, ਕਿਉਂਕਿ ਬੜਾ ਕੰਡਿਆਂ ਦੀ ਸੇਜ ਹੈ ਫੌਜੀਆਂ ਦੀ ਲਾਈਫ, ਮਤਲਬ ਇੰਨਾ ਉਹ ਮੁਸ਼ਕਿਲ ਕੰਮ ਹੈ ਇਹ। ਤੇ ਉਹ ਜਿਹੜੀ ਲੜਕੀ ਸੀਗੀ ਨਾ, ਉਹਨੇ ਜਦੋਂ ਪੜ੍ਹਿਆ ਇਹ ਮੇਰਾ ਆਰਟੀਕਲ, ਜਦੋਂ ਕੋਈ ਫੌਜਣ ਹੁੰਦੀ ਹੈ, ਤਾਂ ਉਹਨੇ ਆਪਣੇ ਹਸਬੈਂਡ ਨੂੰ ਕੈਲਕਟਾ ਫੋਨ ਕੀਤਾ, ਤੇ ਕਹਿੰਦੀ ਵੀ ਮੈਂ ਨਾ ਆਪਣੇ ਘਰ ਆ ਗਈ। ਉਹ ਕਹਿੰਦੇ ਵੀ ਤੂੰ ਤਾਂ ਨਾਰਾਜ਼ ਹੋ ਕੇ ਚਲੀ ਗਈ ਸੀ, ਤੂੰ ਤਾਂ ਤਲਾਕ ਦੇ ਕਾਗਜ਼ ਤਿਆਰ ਕਰਕੇ ਬੈਠੀ ਆ, ਵੀ ਤੂੰ ਕਿਹੜੇ ਘਰ ਆਈ ਆ, ਮੈਨੂੰ ਸਮਝ ਨਹੀਂ ਲੱਗੀ। ਕਹਿੰਦੀ ਮੈਂ ਆਪਣੇ ਸਹੁਰਿਆਂ ਦੇ ਘਰ ਆਈ ਆ। ਤੇ ਉਹ ਬੜਾ ਖੁਸ਼ ਹੋਇਆ।
ਤੇ ਫਿਰ ਕਹਿੰਦਾ ਉਹ ਕਿਸ ਤਰ੍ਹਾਂ, ਫਿਰ ਉਹਨੇ ਦੱਸਿਆ ਕਹਿੰਦੇ ਵੀ ਜਦੋਂ ਕੋਈ ਮਤਲਬ ਫੌਜੀ ਹੁੰਦੇ ਰੱਬ ਕੋ ਵਰਗੇ। ਮੈਂ ਆਰਟੀਕਲ ਪੜਿਆ ਵੀ ਉਹ ਪੜ੍ਹ ਕੇ ਨਾ ਮੈਂ ਸੋ ਨਹੀਂ ਸਕੀ। ਸਵੇਰੇ ਮੈਂ ਆਪਣੇ ਪਾਪਾ ਨੂੰ ਕਿਹਾ ਵੀ ਮੈਨੂੰ ਬਠਿੰਡੇ ਛੱਡ ਕੇ ਆਓ ਮੇਰੇ ਸਹੁਰਿਆਂ ਦੇ ਘਰ, ਤੇ ਇਹ ਮੇਰੇ ਲਈ ਨਾ ਬਹੁਤ ਵੱਡੀ ਗੱਲ ਸੀਗੀ। ਤੇ ਇਸ ਤਰ੍ਹਾਂ ਹੀ ਇਹੀ ਸੇਮ ਸਟੋਰੀ ਸੈਕਟਰੀਏਟ ਦੇ ਵਿੱਚ ਸੀ, ਇੱਕ ਸਰਦਾਰ ਜੀ ਦੀ ਬੇਟੀ ਉੱਥੇ ਲੱਗੀ ਹੋਈ ਸੀ। ਤਾਂ ਵੈਸੇ ਪੁੱਛ ਲਿਆ, ਮੈਂ ਕਿਹਾ ਵੀ ਤੁਹਾਡੀ ਬੇਟੀ ਤੁਹਾਡੇ ਕੋਲ ਹੀ ਰਹਿੰਦੀ ਹੈ? ਕਹਿੰਦੇ ਕੀ ਕਰੀਏ, ਫੌਜੀ ਨਾਲ ਵਿਆਹ ਕਰਤਾ ਸੀਗਾ ਤੇ ਕਹਿੰਦੇ ਹੁਣ ਇਹਦੀ ਬਣਦੀ ਨਹੀਂ ਹੈਗੀ, ਤਾਂ ਹੁਣ ਮੇਰੇ ਕੋਲ ਹੀ ਆਈ ਹੋਈ ਹੈ ਇਹ। ਕਹਿੰਦੇ ਮੈਨੂੰ ਬੜਾ ਮੁਸ਼ਕਿਲ ਹੁੰਦਾ। ਫਿਰ ਮੈਂ ਉਸ ਨੂੰ ਸਮਝਾਇਆ, ਸਾਰੀ ਗੱਲਬਾਤ ਕੀਤੀ, ਫਿਰ ਉਹੀ ਆਰਟੀਕਲ ਮੈਂ ਉਹਨੂੰ ਪੜ੍ਹਾਇਆ। ਉਹ ਕਹਿੰਦੀ ਹਾਈ ਮੈਡਮ ਤੁਹਾਡੇ ਨਾਲ ਵੀ ਇੱਦਾਂ ਹੀ ਹੁੰਦਾ ਸੀਗਾ? ਤੇ ਕਹਿੰਦੀ ਤੁਹਾਡਾ ਹਸਬੈਂਡ ਵੀ ਸਾਰੀ ਤਨਖਾਹ ਆਪਣੇ ਘਰਦਿਆਂ ਨੂੰ ਦਿੰਦਾ ਸੀਗਾ? ਤੇ ਮੈਂ ਕਿਹਾ ਹਾਂ, ਸਾਰੇ ਫੌਜੀ ਇੱਦਾਂ ਹੀ ਕਰਦੇ ਆ, ਤੇ ਅਗਲਿਆਂ ਨੂੰ ਜ਼ਿੰਮੇਵਾਰੀ ਵੀ ਤਾਂ ਘਰ ਦੀ ਸੰਭਾਲਣੀ ਹੁੰਦੀ ਹੈ। ਤੇ ਫਿਰ ਤਾਂ ਉਹਨੇ ਮਤਲਬ ਉਹ ਕਹਿੰਦੀ ਅੱਛਾ ਫਿਰ ਤਾਂ ਕੋਈ ਗੱਲ ਨਹੀਂ। ਤੇ ਮੇਰੀ ਇਸ ਗੱਲ ਤੋਂ ਉਹ ਵੀ ਆਪਣੇ ਸਹੁਰੇ ਚਲੀ ਗਈ। ਇਸ ਤਰ੍ਹਾਂ ਕਈ ਮਤਲਬ ਇੱਦਾਂ ਦੇ ਬੱਚੀਆਂ ਸੀਗੀਆਂ ਵੀ ਜਿਹੜੀਆਂ ਮੇਰੇ ਆਰਟੀਕਲ ਪੜ੍ਹ ਕੇ, ਮੇਰੀਆਂ ਕਹਾਣੀਆਂ ਪੜ੍ਹ ਕੇ ਨਾ, ਜਿਨ੍ਹਾਂ ਨੇ ਆਪਣੇ ਦੁਬਾਰਾ ਘਰ ਵਸਾ ਲਏ। ਤੁਸੀਂ ਜਦੋਂ ਲਿਖਣ ਬੈਠਦੇ ਹੋ ਹਾਂਜੀ ਤਾਂ ਉਸ ਵੇਲੇ ਕੀ ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਕਿ ਕਿਹਨਾਂ ਸਮੱਸਿਆਵਾਂ ਤੇ ਤੁਸੀਂ ਹੁਣ ਤੱਕ ਲਿਖ ਚੁੱਕੇ ਹੋ ਕਿ ਇਹ ਸਮਾਜਿਕ ਸਮੱਸਿਆਵਾਂ ਨੇ ਜਿਨ੍ਹਾਂ ਤੇ ਸਾਨੂੰ ਵਧੇਰੇ ਕੰਮ ਕਰਨ ਦੀ ਜ਼ਰੂਰਤ ਹੈ? ਹਾਂਜੀ, ਇਸ ਤੋਂ ਬਾਅਦ ਜਦੋਂ ਕੋਈ ਫੌਜਨ ਹੁੰਦੀ ਹੈ, ਇਸ ਤੋਂ ਬਾਅਦ ਫਿਰ ਮੈਂ ਜਿਸ ਤਰ੍ਹਾਂ ਨਾ ਮੋਹ ਦੀਆਂ ਤੰਦਾਂ ਦੂਜੀ ਕਿਤਾਬ ਜਿਹੜੀ ਮੈਂ ਲਿਖੀ, ਉਸ ਦੇ ਵਿੱਚ ਇਹ ਸੀਗਾ ਵੀ ਜਿਹੜਾ ਇਨਸਾਨ ਨਾ ਮਤਲਬ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈ ਆਪਣੀ ਜ਼ਿੰਦਗੀ ਤੋਂ ਦੂਰ ਜਾਣ ਦੀ, ਪਰ ਇਹ ਜਿਹੜੀਆਂ ਮੋਹ ਦੀਆਂ ਤੰਦਾਂ ਨਾ, ਇਹਨਾਂ ਵਿੱਚ ਇਹੋ ਜਿਹਾ ਉਲਝਿਆ ਰਹਿੰਦਾ ਨਾ, ਮਤਲਬ ਇਹਨਾਂ ਵਿੱਚ ਹੀ ਉਲਝ ਕੇ ਫਸ ਜਾਂਦਾ। ਤੇ ਇਹੀ ਮੈਂ ਕਿਤਾਬ ਜਿਹੜੀ ਮੇਰੀ ਕਹਾਣੀ ਹੈਗੀ ਆ ਮੋਹ ਦੀਆਂ ਤੰਦਾਂ, ਇਸ ਦੇ ਵਿੱਚ ਮੈਂ ਦੱਸਦੀ ਹਾਂ। ਇੱਕ ਦਿਨ ਵੈਸੇ ਬਸ ਜਿਸ ਤਰ੍ਹਾਂ ਮੇਰਾ ਮਾਈਂਡ ਬੜਾ ਅਪਸੈਟ ਸੀਗਾ, ਤੁਹਾਨੂੰ ਪਤਾ ਹੀ ਹੈ ਘਰੇਲੂ ਉਲਝਣਾ 100 ਬੰਦੇ ਦੀਆਂ ਹੁੰਦੀਆਂ, ਤੇ ਬੱਚਿਆਂ ਨੂੰ ਵੀ ਮਿਲ ਲਿਆ, ਆਪਣੇ ਹਸਬੈਂਡ ਨੂੰ ਵੀ ਮਿਲ ਲਿਆ। ਮੈਂ ਕਿਹਾ ਪਤਾ ਨਹੀਂ ਕਿਉਂ ਮੇਰੇ ਦਿਲ ਤੇ ਇੰਨੀ ਉਦਾਸੀ ਸੀ ਵੀ ਕਿ ਅੱਜ ਜ਼ਿੰਦਗੀ ਕੁਝ ਵੀ ਨਹੀਂ ਹੈਗੀ। ਤੇ ਨਾ ਮੈਂ ਆਪਣਾ ਮਾਈਂਡ ਬਣਾਇਆ। ਜਿਸ ਟਾਈਮ ਅਸੀਂ ਤੀਸਰੀ ਮੰਜ਼ਲ ਤੇ ਰਹਿੰਦੇ ਸੀਗੇ ਤਾਂ ਸਾਹਮਣੇ ਸਾਡੇ ਪਾਰਕ ਸੀ ਤੇ ਬੱਚੇ ਖੇਡ ਰਹੇ ਸੀਗੇ ਪਾਰਕ ਦੇ ਵਿੱਚ। ਉੱਥੇ ਮੇਰਾ ਪੋਤਾ ਵੀ ਖੇਡ ਰਿਹਾ ਸੀ, ਉਹਦੇ ਵੀਰ ਸਿੰਘ। ਤੇ ਜਿਸ ਟਾਈਮ ਮੈਂ ਅੱਧੀਆਂ ਪੌੜੀਆਂ ਉਤਰੀ ਨਾ, ਤੇ ਉਹ ਇੱਕਦਮ ਹੀ ਨਾ ਬੱਚਾ ਦੀ ਆਵਾਜ਼ ਆਈ, ਜ਼ੋਰ ਰੋਂਦੀ ਦੀ, ਹਾਏ ਦਾਦੀ, ਹਾਏ ਦਾਦੀ, ਹਾਏ ਮੰਮਾ। ਤੇ ਮੈਂ ਦੇਖਿਆ ਵੀ ਤਾਂ ਉਹਦੇ ਦੀ ਆਵਾਜ਼ ਆ। ਜਾਂ ਮੈਂ ਦੇਖਿਆ ਗਿਰਿਆ ਹੋਇਆ, ਉਹਦੇ ਨਾ ਬਲੱਡ ਆ ਰਿਹਾ ਸੀਗਾ ਬਹੁਤ ਜ਼ਿਆਦਾ। ਤੇ ਮੈਂ ਭੁੱਲ ਹੀ ਗਈ ਮਰਾਣਾ। ਮੈਂ ਬੱਚੇ ਨੂੰ ਚੱਕਿਆ ਗੋਦੀ, ਫਟਾਫਟ ਮੈਂ ਡਾਕਟਰ ਕੋਲ ਲੈ ਕੇ ਚਲੀ ਗਈ। ਤੇ ਉਸ ਤੋਂ ਬਾਅਦ ਬਸ ਮੈਂ ਬੱਚੇ ਦੀ ਮਤਲਬ ਧਿਆਨ ਮੇਰਾ ਇਹਦੇ ਵਿੱਚ ਹੀ ਸਾਰਾ ਦਿਨ ਰਿਹਾ। ਤੇ ਉਸ ਤੋਂ ਮੈਂ ਸੋਚਿਆ, ਮੈਂ ਕਿਹਾ ਦੇਖ ਲਓ ਵੀ ਮੋਹ ਦੀਆਂ ਤੰਦਾਂ ਕਿੰਨੀਆਂ ਉਹ ਹੁੰਦੀਆਂ, ਬੰਦਾ ਚਾਹੇ ਜਿਸ ਤਰ੍ਹਾਂ ਮਰਜ਼ੀ ਤੇ ਚਾਹੇ ਵੀ ਨਾ ਦੂਰ ਜਾਣਾ ਹੈ ਨਾ ਤਾਂ ਫੇਰ ਵੀ ਨਹੀਂ ਜਾ ਸਕਦਾ। ਇਸ ਤਰ੍ਹਾਂ ਫਿਰ ਇਸ ਵਿੱਚ ਛੋਟੀਆਂ ਆਪਣੀਆਂ ਕਹਾਣੀਆਂ ਲਿਖੀਆਂ ਮੋਹ ਦੀਆਂ ਤੰਦਾਂ। ਤੇ ਉਸ ਤੋਂ ਬਾਅਦ ਜਿਹੜੀ ਮੇਰੀ ਸੀ ਦਰਦ ਪਰਿੰਦੇ ਦਾ, ਤੇ ਇਹ ਮੈਂ ਅੱਜ ਕੱਲ੍ਹ ਜਿਸ ਤਰ੍ਹਾਂ ਬੱਚੇ ਘਰੋਂ ਚੋਰੀ ਨਸ਼ੇ ਪੱਤੇ ਕਰਨ ਲੱਗ ਜਾਂਦੇ ਆ, ਜਦ ਪੇਰੈਂਟਸ ਨੂੰ ਪਤਾ ਲੱਗਦਾ ਤਾਂ ਜੇ ਉਹ ਬੱਚੇ ਨੂੰ ਡਾਂਟਦੇ ਆ ਜਾਂ ਕੁਛ ਕਰਦੇ ਆ ਤਾਂ ਉਹਨਾਂ ਦੇ ਵਿੱਚ ਇੰਨਾ ਤਾਂ ਉਹ ਹੁੰਦਾ ਨਹੀਂ ਪੇਸ਼ੈਂਸ, ਤੇ ਇੱਕਦਮ ਹੀ ਉਹ ਘਰ ਛੱਡ ਕੇ ਚਲੇ ਜਾਂਦੇ ਆ। ਪੇਰੈਂਟਸ ਨੂੰ ਦੁੱਖ ਦੇ ਕੇ ਚਲੇ ਜਾਂਦੇ ਆ ਵੀ ਜਿਹਨਾਂ ਦੀ ਉਡੀਕ ਪੂਰੀ ਨਹੀਂ ਹੁੰਦੀ ਦਰਦ ਪਰਿੰਦੇ। ਇੱਕ ਕਿਤਾਬ ਤੁਹਾਡੀ ਅਨੁਵਾਦਿਤ ਵੀ ਹੋਈ ਹੈ? ਹਾਂਜੀ, ਉਹ ਮੇਰੀ ਸੀਗੀ ਮਤਲਬ ਇਹੀ ਫੌਜੀਆਂ ਦੀ। ਡਾਕਟਰ ਮਨਿਕਾ ਕਪਲ, ਉਹਨੇ ਵੈਸੇ ਨਾ ਕਲਾਸੀਕਲ ਰਾਗਾਂ ਤੇ ਕੀਤਾ ਹੋਇਆ ਸਾਰਾ, PhD ਕੀਤੀ ਹੋਈ ਆ। ਅੱਜ ਕੱਲ੍ਹ ਵਿਦੇਸ਼ 'ਚ ਰਹਿ ਰਹੀਆਂ, ਕੈਨੇਡਾ ਦੇ ਵਿੱਚ। ਤੇ ਫਿਰ ਉਹਨੇ ਜਿਸ ਤਰ੍ਹਾਂ ਮੇਰੀ ਪੰਜਾਬੀ ਦੀ ਕਿਤਾਬ ਪੜ੍ਹੀ ਨਾ ਤਾਂ ਉਹ ਬੜੀ ਪ੍ਰਭਾਵਿਤ ਹੋਈ। ਤਾਂ ਫਿਰ ਮੈਂ ਉਹਨੂੰ ਦੱਸਿਆ, ਮੈਂ ਕਿਹਾ ਜਿਹੜੇ ਮਤਲਬ ਦੂਸਰੇ ਸਟੇਟਸ 'ਚ ਅਸੀਂ ਜਾਂਦੇ ਆ ਨਾ ਤਾਂ ਉਹ ਫੌਜੀ ਕਹਿੰਦੇ ਸਾਨੂੰ ਤਾਂ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਮੈਡਮ। ਤੇ ਮੇਰੇ ਹਸਬੈਂਡ ਦੀ ਯੂਨਿਟ ਦੇ ਜਿਹੜੇ ਸੀਗੇ ਫੌਜੀ ਸਾਡੀ ਚੰਗੀ ਤਰ੍ਹਾਂ ਜਾਣਕਾਰ ਸੀਗੇ, ਤੇ ਉਹ ਕਹਿੰਦੇ ਤੁਸੀਂ ਇਹਨੂੰ ਹਿੰਦੀ 'ਚ ਵੀ ਅਨੁਵਾਦ ਕਰਾਓ। ਫਿਰ ਉਹਨਾਂ ਨੇ ਉੱਥੇ ਹਿੰਦੀ ਦਾ ਅਨੁਵਾਦ ਕੀਤਾ ਤੇ ਫਿਰ ਇਹ ਹੁਣ ਹਿੰਦੀ ਹੋਈ, ਇਹ ਕੰਨੜ ਭਾਸ਼ਾ 'ਚ ਵੀ ਅਨੁਵਾਦ ਹੋ ਰਹੀ ਹੈ ਜੀ। ਹਾਂਜੀ। ਹੁਣ ਤੱਕ ਤੁਹਾਨੂੰ ਕਿਹੜੇ ਪੁਰਸਕਾਰ ਜਿਹੜੇ ਨੇ ਉਹ ਮਿਲ ਚੁੱਕੇ ਨੇ? ਉਹ ਮੈਡਮ ਵੈਸੇ ਤਾਂ ਜਿਸ ਤਰ੍ਹਾਂ ਹੁਣ ਅਸੀਂ ਸਹਿਜ ਸਭਾਵਾਂ ਹੈਗੀਆਂ ਤੇ ਉੱਥੇ ਜਾਂਦੇ ਆ, ਤੇ ਉੱਥੇ ਜਾਂ ਤਾਂ ਮੈਂ ਐਜ਼ ਜ਼ਿਲ੍ਹਾ ਭਾਸ਼ਾ ਅਫਸਰ ਦੇ ਤੌਰ ਤੇ ਵੀ ਮੈਂ ਜਾਂਦੀ ਸੀਗੀ ਤੇ ਰਾਈਟਰ ਦੇ ਤੌਰ ਤੇ ਵੀ ਜਾਂਦੀ ਸੀ। ਤੇ ਮਤਲਬ ਉੱਥੇ ਉਹ ਸਨਮਾਨਿਤ ਕਰ ਦਿੰਦੇ ਆ। ਤੇ ਆਪਣੀ ਇੱਕ ਪੰਜਾਬੀ ਲਿਖਾਰੀ ਸਭਾ ਹੈਗੀ ਹੈ ਆਪਣਾ ਮੋਹਾਲੀ ਦੀ, ਤੇ ਉਹਨਾਂ ਨੇ ਐਜ਼ ਏ ਅੱਛੀ ਕਹਾਣੀਕਾਰ ਦੇ ਤੌਰ ਤੇ ਸਨਮਾਨਿਤ ਕੀਤਾ। ਇੱਦਾਂ ਮਤਲਬ ਛੋਟੇ ਮੋਟੇ ਮਿਲਦੇ ਰਹਿੰਦੇ ਆ ਸਨਮਾਨ। ਤੇ ਜਿਵੇਂ ਆਪਣਾ ਤੀਆਂ ਦਾ ਤਿਉਹਾਰ ਸੀਗਾ, ਉੱਥੇ ਵੀ ਮਤਲਬ ਮੈਨੂੰ ਸਨਮਾਨਿਤ ਕੀਤਾ ਹੈਗਾ ਵਿਸ਼ੇਸ਼ ਤੌਰ ਤੇ ਮੇਰੀ ਸਾਦਗੀ ਦੇਖ ਕੇ। ਹਾਂਜੀ, ਤੇ ਇਸ ਤਰ੍ਹਾਂ ਛੋਟੇ ਮੋਟੇ ਹੈਗੇ ਆ ਕਾਫੀ। ਹਾਂਜੀ, ਮਤਲਬ ਐ ਨਹੀਂ ਕੋਈ ਵੱਡਾ ਨਹੀਂ ਹੈਗਾ ਤੇ ਨਾ ਹੀ ਵੱਡਾ ਲੈਣ ਦੀ ਮੈਨੂੰ ਚਾਹ ਆ। ਮੈਨੂੰ ਇਹੀ ਬਸ ਮੇਰਾ ਸਨਮਾਨ ਹੈ ਵੀ ਜਿਹੜੀ ਮੇਰੀ ਇਹ ਮੈਨੂੰ ਫੌਜਣ ਦੇ ਤੌਰ ਤੇ ਲੋਕ ਜਾਣਦੇ ਆ। ਜੀ। ਤੇ ਤੁਹਾਡੀਆਂ ਕਹਾਣੀਆਂ 'ਚ ਜਿਹੜਾ ਵਧੇਰੇ ਰੁਝਾਨ ਹੈ ਉਹ ਤੁਸੀਂ ਦੋਨੋਂ ਹੀ ਲਿਖਦੇ ਹੋ, ਹੱਡ ਬੀਤੀਆਂ ਵੀ ਤੇ ਜਗ ਬੀਤੀਆਂ ਵੀ? ਹਾਂਜੀ। ਤੁਹਾਨੂੰ ਕਿਸ ਸਾਹਿਤ ਦੀ ਕਿਸ ਵਿਧਾ ਦੇ ਨਾਲ ਤੁਹਾਨੂੰ ਵਧੇਰੇ ਸਕੂਨ ਮਿਲਦਾ, ਕਹਾਣੀ ਲਿਖ ਕੇ ਜਾਂ ਕਵਿਤਾ ਲਿਖ ਕੇ ਜਾਂ ਨਾਟਕ?
ਦੇਖੋ ਮੈਡਮ, ਮੈਂ ਨਾ ਜ਼ਿਆਦਾ ਕਰਕੇ ਨਾ ਮਤਲਬ ਨਾਟਕਾਂ ਦੇ ਤਾਂ ਮੈਂ ਜੇ ਨੇੜੇ ਨਹੀਂ ਗਈ, ਮੈਂ ਖੇਡੇ ਹੀ ਆ 5-4 ਨਾਟਕ, ਜਿੰਨੇ ਵੀ ਖੇਡੇ ਆ ਸਾਰੇ ਮੇਰੇ ਬੜੇ ਮਤਲਬ ਮਸ਼ਹੂਰ ਹੋਏ ਆ ਪਟਿਆਲੇ ਵਿੱਚ ਵੀ। ਤੇ ਪਰ ਨਾ ਜ਼ਿਆਦਾ ਮੈਂ ਕਹਾਣੀਆਂ ਹੀ ਲਿਖਦੀ ਹਾਂ। ਤੇ ਜਾਂ ਅੱਜ ਕੱਲ੍ਹ ਨਾ ਮੈਂ ਜਿਸ ਤਰ੍ਹਾਂ ਹੁਣ ਮੈਂ ਪੰਜਾਬੀ ਲੇਖਕ ਸਭਾ ਦੇ ਨਾਲ ਕਾਫੀ ਦੇਰ ਤੋਂ ਜੁੜੀ ਹੋਈ ਹਾਂ। ਤੇ ਉੱਥੇ ਨਾ ਫਿਰ ਜਿਸ ਤਰ੍ਹਾਂ ਕਿਤਾਬਾਂ ਦੇ ਪਰਚੇ ਪੜ੍ਹਨੇ ਹੁੰਦੇ ਆ, ਪਰਚਿਆਂ ਦੇ ਵਿੱਚ ਮੇਰਾ ਕਾਫੀ ਨਾਮ ਅੱਜ ਕੱਲ੍ਹ ਆ ਰਿਹਾ। ਵੀ ਕਹਿ ਦਿੰਦੇ ਮਨਜੀਤ ਕੌਰ ਤੂੰ ਸਾਡੀ ਕਿਤਾਬ ਤੇ ਪਰਚਾ ਜ਼ਰੂਰ ਪੜ੍ਹਨਾ। ਵੀ ਤੇਰਾ ਪਰਚਾ ਵੀ ਇੱਦਾਂ ਹੁੰਦਾ ਜਿੱਦਾਂ ਨਾ ਵਿਆਹ ਤੋਂ ਬਾਅਦ ਰੋਟੀ ਤੋਂ ਬਾਅਦ ਸਿਰ ਨਹੀਂ ਖਾ ਲਈਦੀ ਆ, ਵੀ ਇੱਦਾਂ ਤੁਹਾਡਾ ਪਰਚਾ ਸੁਣ ਲਈਦਾ। ਤੇ ਉਸ ਤੋਂ ਬਾਅਦ ਮੈਂ ਕਿਰਦਾਰ ਵੀ ਲਿਖ ਦਿੰਦੀ ਹਾਂ, ਵੀ ਜਿਸ ਤਰ੍ਹਾਂ ਦਾ ਬੰਦਾ ਹੁੰਦਾ ਹੂ ਉਹਦਾ ਕਿਰਦਾਰ ਲਿਖ ਕੇ ਉਹਦੇ ਵਿੱਚ ਵੀ ਅੱਜ ਕੱਲ੍ਹ ਮੈਂ ਬੜੀ ਮਸ਼ਹੂਰ ਹਾਂ। ਤੇ ਮੈਨੂੰ ਕਈ ਲੋਕ ਕਹਿ ਦਿੰਦੇ ਆ ਵੀ ਮੈਡਮ ਸਾਡਾ ਵੀ ਆਪਣਾ ਲਾਈਨ ਦੇ ਵਿੱਚ ਨਾਂ ਰੱਖਿਓ, ਵੀ ਸਾਡੇ ਬਾਰੇ ਵੀ ਲਿਖ ਕੇ ਦੱਸੋ ਵੀ ਅਸੀਂ ਕਿਆ ਚੀਜ਼ਾਂ ਅੱਛੇ ਲੋਕ। ਇਸ ਤਰ੍ਹਾਂ ਮੇਰਾ ਰੁਝਾਨ ਆ। ਬਾਕੀ ਕਹਾਣੀ ਤਾਂ ਨਾ ਮੈਡਮ ਮੈਂ ਪਤਾ ਨਹੀਂ ਪਰਮਾਤਮਾ ਨੇ ਮੈਨੂੰ ਕੀ ਦਾਤ ਬਖਸ਼ੀ ਹੈ, ਕਹਾਣੀ ਤਾਂ ਮੈਂ ਜਾਂਦੇ ਜਾਂਦੇ ਲਿਖ ਦਿੰਦੀ ਹਾਂ। ਕਹਾਣੀਆਂ ਘੱਟੋ ਘੱਟ 800-900 ਕਹਾਣੀਆਂ ਮੇਰੇ ਮਿੰਨੀ ਕਹਾਣੀਆਂ ਹੋ ਚੁੱਕੀਆਂ, ਜਿਹੜੀਆਂ ਮਤਲਬ 400 ਦੇ ਨੇੜੇ ਤੇੜੇ ਤਾਂ ਛਪ ਚੁੱਕੀਆਂ। ਕਹਿੰਦੇ ਨੇ ਸਾਹਿਤਕਾਰ ਜਿਹੜਾ ਹੁੰਦਾ ਨਾ, ਉਹਨੂੰ ਲੋਕੀ ਤੁਰਦੇ ਫਿਰਦੇ ਨਹੀਂ ਨਜ਼ਰ ਆਉਂਦੇ, ਉਹਨੂੰ ਆਪਣੀਆਂ ਕਹਾਣੀਆਂ ਦੇ ਕਿਰਦਾਰ ਦਿਸਦੇ ਨੇ। ਹਾਂਜੀ ਹਾਂਜੀ ਬਿਲਕੁਲ। ਤੇ ਤੁਸੀਂ ਕਿਹਾ ਤੁਸੀਂ ਮਿੰਨੀ ਕਹਾਣੀ ਲਿਖਦੇ ਹੋ। ਹਾਂਜੀ। ਤੇ ਮੈਨੂੰ ਲੱਗਦਾ ਵਧੇਰੇ ਔਖਾ ਹੁੰਦਾ ਮਿੰਨੀ ਕਹਾਣੀ ਲਿਖਣਾ। ਹਾਂਜੀ। ਕਿਉਂਕਿ ਬਹੁਤ ਘੱਟ ਸ਼ਬਦਾਂ ਦੇ ਵਿੱਚ ਤੁਸੀਂ ਬਹੁਤ ਵੱਡੀ ਗੱਲ ਕਹਿਣੀ ਹੁੰਦੀ ਹੈ। ਹਾਂਜੀ ਹਾਂਜੀ। ਤਾਂ ਤੁਸੀਂ ਜਿਹੜਾ ਤੁਹਾਡਾ ਰੁਝਾਨ ਹੈ ਇਸ ਪਾਸੇ ਵੱਲ ਸ਼ੁਰੂ ਤੋਂ ਮਿੰਨੀ ਕਹਾਣੀਆਂ ਹੀ ਲਿਖਦੇ ਰਹੇ, ਜਾਂ ਕੁਝ ਵੱਡੀਆਂ ਕਹਾਣੀਆਂ ਵੀ ਲਿਖੀਆਂ, ਬਾਅਦ ਦੇ ਵਿੱਚ ਤੁਸੀਂ ਇਸ ਪਾਸੇ ਆਏ? ਨਹੀਂ ਪਰ ਮੈਂ ਨਾ ਸ਼ੁਰੂ 'ਚ ਵੱਡੀਆਂ ਕਹਾਣੀਆਂ ਵੀ ਲਿਖੀਆਂ, ਕਿਉਂਕਿ ਸੈਕਟਰੀਏਟ ਦੇ ਵਿੱਚ ਰਸਾਲਾ ਨਿਕਲਦਾ ਸੀ, ਗੁੰਚਾ ਰਸਾਲਾ। ਮਿਸਟਰ ਕਰਮਵੀਰ ਸੂਰੀ ਸੀਗੇ ਉਹਨਾਂ ਦੇ ਉਹ ਸੀ ਇੰਚਾਰਜ, ਤੇ ਉਹਨਾਂ ਦੇ ਕੋਲ ਮੈਂ ਵੱਡੀਆਂ ਕਹਾਣੀਆਂ ਲਿਖੀਆਂ। ਪਰ ਨਾ ਵੱਡੀਆਂ ਕਹਾਣੀਆਂ ਲੋਕ ਪੜ੍ਹਦੇ ਨਹੀਂ ਹੈਗੇ, ਮਿੰਨੀ ਕਹਾਣੀ ਤਾਂ ਇਹ ਨਾ ਜਾਂਦੇ ਜਾਂਦੇ ਬੰਦੇ ਪੜ੍ਹ ਲੈਂਦੇ ਆ ਕਿਤਾਬ। ਇਸ ਕਰਕੇ ਫਿਰ ਮੈਂ ਮੈਨੂੰ ਮਿੰਨੀਆਂ ਕਹਾਣੀਆਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਕੋਈ ਗੱਲਾਂ ਕਰਦਾ ਹੁੰਦਾ ਤੇ ਮੇਰੀ ਮਿੰਨੀ ਕਹਾਣੀ ਬਣ ਜਾਂਦੀ ਹੈ, ਕਿਸ ਤਰ੍ਹਾਂ ਮਿੰਨੀ ਕਹਾਣੀ ਬਣ ਜਾਂਦੀ ਹੈ। ਇਸ ਤਰ੍ਹਾਂ ਫਿਰ ਮੈਂ ਜ਼ਿਆਦਾ ਮਿੰਨੀ ਕਹਾਣੀਆਂ ਲਿਖਦੀ ਹਾਂ। ਵੱਡੀਆਂ ਕਹਾਣੀਆਂ ਲਿਖਣ 'ਚ ਵੀ ਮੈਨੂੰ ਕੋਈ ਗਰੇਜ਼ ਨਹੀਂ, ਵੱਡੀਆਂ ਵੀ ਮੈਂ ਮੇਰੀਆਂ ਇਸ ਕਿਤਾਬ ਦੇ ਵਿੱਚ ਵੱਡੀਆਂ ਕਹਾਣੀਆਂ। ਹੁਣ ਮੇਰੀ ਇੱਕ ਨਵੀਂ ਪੁਸਤਕ ਆ ਰਹੀ ਹੈ ਵੀ ਨਿੰਮ ਵਾਲਾ ਵਿਹੜਾ, ਤੇ ਉਹਦੇ ਵਿੱਚ ਮੇਰੀਆਂ 16 ਕਹਾਣੀਆਂ, ਉਹ 16 ਵੱਡੀਆਂ ਕਹਾਣੀਆਂ। ਤੇ ਉਸ ਤੋਂ ਬਿਨਾਂ ਮੇਰੀ ਇੱਕ ਕਿਤਾਬ ਹੈ ਵੀ ਉਹ ਖਰੜਾ ਬਿਲਕੁਲ ਤਿਆਰ ਪਿਆ, ਬਸ ਪਬਲਿਸ਼ਰ ਨੂੰ ਦੇਣਾ, ਵੀ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਤੇ ਉਹਦੇ ਵਿੱਚ ਮੇਰੀਆਂ ਥੋੜੀਆਂ ਮਿੰਨੀ ਕਹਾਣੀਆਂ ਹੈਗੀਆਂ, ਉਹ ਮਿੰਨੀ ਕਹਾਣੀਆਂ ਦੀ ਹੈ। ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕਿੱਸਾ, ਕੋਈ ਇਸ ਤਰ੍ਹਾਂ ਦੀ ਗੱਲ ਯਾਦ ਹੈ ਜਿਹੜੀ ਤੁਹਾਨੂੰ ਤੁਹਾਡੇ ਪਤੀ ਨੇ ਦੱਸੀ ਹੋਏ ਕਿ ਆਰਮੀ ਦੇ ਬਾਰੇ ਕਿ ਕਿਸ ਤਰ੍ਹਾਂ ਦਾ ਜੀਵਨ ਹੁੰਦਾ, ਕਿੰਨਾ ਕੁ ਅਨੁਸ਼ਾਸਿਤ ਰੱਖਣਾ ਪੈਂਦਾ ਉਹਨਾਂ ਨੂੰ ਆਪਣੇ ਆਪ ਨੂੰ, ਕੋਈ ਯਾਦ ਹੋਏ ਤੁਹਾਡੀ? ਮਤਲਬ ਦੇਖੋ ਮੈਡਮ, ਜਿਸ ਤਰ੍ਹਾਂ ਨਾ ਜਿਹੜੀ ਫੌਜ ਹੈ ਇਹ ਅਨੁਸ਼ਾਸਨ ਦੇ ਵਿੱਚ ਹੀ ਹਮੇਸ਼ਾ ਰਹਿੰਦੀ ਹੈ। ਜਦੋਂ ਤੋਂ ਇਹ ਉੱਥੇ ਭਰਤੀ ਹੁੰਦੇ ਆ ਤੇ ਘਰ ਆਉਣ ਤੱਕ, ਉਸ ਤੋਂ ਬਾਅਦ ਤੱਕ ਵੀ ਇੱਕ ਫੌਜੀ ਅਨੁਸ਼ਾਸਨ ਦੇ ਵਿੱਚ ਹੀ ਬੰਨਿਆ ਰਹਿੰਦਾ। ਇਸੇ ਕਰਕੇ ਜਿਹੜੇ ਫੌਜੀਆਂ ਦੀ ਫੈਮਲੀਜ਼ ਹੈਗੀਆਂ ਉਹ ਵੀ ਅਨੁਸ਼ਾਸਨ ਦੇ ਵਿੱਚ ਹੀ ਬੰਨੀਆਂ ਜਾਂਦੀਆਂ ਜ਼ਿਆਦਾ ਕਰਕੇ। ਤੇ ਹਸਬੈਂਡ ਨੇ ਤਾਂ ਇੱਕ ਵਾਰ, ਇਹ ਪੈਰਾਸ਼ੂਟ ਡਰੋਪਰ ਸੀ ਮੇਰੇ ਹਸਬੈਂਡ, ਤੇ ਪੈਰਾ ਦੇ ਸੀਗੇ ਇਹ, ਮਤਲਬ ਜਿਹੜੇ 2-2000 ਫੁੱਟ ਤੋਂ ਵੀ ਇਹ ਪੈਰਾਸ਼ੂਟ ਰਾਹੀਂ ਮਤਲਬ ਨੀਚੇ ਜੰਪ ਕਰਦੇ ਸੀਗੇ। ਤੇ ਇੱਕ ਵਾਰੀ ਹਸਬੈਂਡ ਮੇਰੇ ਦੱਸ ਰਹੇ ਸੀਗੇ ਵੀ ਜਿਸ ਟਾਈਮ ਨਾ ਕਹਿੰਦੇ ਵੀ ਅਸੀਂ ਪੈਰਾਸ਼ੂਟ ਰਾਹੀਂ ਜਦ ਉਤਰ ਰਹੇ ਸੀਗੇ, ਕਾਫੀ ਡੂੰਘਾ ਟੋਭਾ ਸੀਗਾ, ਵੀ ਉਹਦੇ ਵਿੱਚ ਗਿਰ ਗਈ ਛਤਰੀ, ਤੇ ਉਹਦੇ ਵਿੱਚ ਕਿੰਨੇ ਹੀ ਮਤਲਬ ਫੌਜੀ ਉਹ ਹੋ ਗਏ। ਤੇ ਉਧਰੋਂ ਕਹਿੰਦੇ ਲੋਕਾਂ ਨੇ ਸੋਚ ਲਿਆ ਵੀ ਇਹ ਪਾਕਿਸਤਾਨੀ ਦੁਸ਼ਮਣ ਆ ਗਏ। ਤੇ ਕਹਿੰਦੇ ਉਦੋਂ ਅਸੀਂ ਬੜੀ ਮੁਸ਼ਕਿਲ ਦੇ ਨਾਲ ਬਚੇ ਸੀਗੇ। ਤੇ ਫਿਰ ਪਿੰਡ ਵਾਲਿਆਂ ਨੂੰ ਦੱਸਿਆ, ਕਹਿੰਦੇ ਮੈਂ ਉੱਪਰ ਉਹ ਵੀ ਲਈ ਹੁੰਦੀ ਹੈ ਜਾਲੀ ਜੀ, ਤੇ ਉਹ ਕੱਢੀ ਤੇ ਆਪਣਾ ਇਹ ਦਿਖਾਇਆ ਵੀ ਮੈਂ ਸਰਦਾਰ ਹਾਂ। ਤੇ ਬਈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਡੀ ਇੰਡੀਅਨ ਆਰਮੀ ਹੈ। ਫਿਰ ਜਿੰਨ ਹੌਲੀ ਹੌਲੀ ਕਰਕੇ ਕਈ ਫਿਰ ਉਹਨਾਂ ਨੇ ਬੜੀ ਹੈਲਪ ਦੇ ਨਾਲ ਰਸਤੇ ਰੁਸਤੇ ਲਿਆ ਕੇ ਖਿੱਚ ਖੁੱਚ ਕੇ, ਕਿਉਂਕਿ ਖਾਈ ਵਿੱਚ ਚਲੇ ਗਏ ਸੀਗੇ, ਮਤਲਬ ਇਹੀਆਂ ਜਿਹੀਆਂ ਮਤਲਬ ਮੁਸ਼ਕਿਲਾਂ 'ਚੋਂ ਨਿਕਲੇ। ਇੱਕ ਵਾਰੀ ਕਹਿੰਦੇ ਸੀ ਬੰਗਲਾਦੇਸ਼ 'ਚੋਂ ਆ ਰਹੇ ਸੀ, ਤੇ ਉੱਥੇ ਰਸਤੇ 'ਚ ਇੱਕ ਨਾਲਾ ਸੀ, ਇੰਨਾ ਗੰਦਾ ਨਾਲਾ ਔਰ ਇੰਨਾ ਡੂੰਘਾ ਨਾਲਾ ਸੀਗਾ। ਕਹਿੰਦੇ ਦੇਖਣ 'ਚ ਐਂ ਲੱਗਦਾ ਸੀਗਾ ਵੀ ਜਿਵੇਂ ਛੋਟਾ ਜਿਹਾ ਹੋਏਗਾ, ਪਰ ਜਦ ਸੈਂਟਰ ਦੇ ਵਿੱਚ ਆ ਗਏ ਤੇ ਕਹਿੰਦੇ ਕੰਨਾਂ ਤੱਕ ਪਾਣੀ ਵੜ ਗਿਆ ਸੀ। ਤੇ ਹਸਬੈਂਡ ਦੀ ਹਾਈਟ ਵੀ ਕਾਫੀ ਅੱਛੀ ਸੀਗੀ, ਪਰ ਫਿਰ ਵੀ ਕੰਨਾਂ 'ਚ ਪਾਣੀ ਵੜ ਗਿਆ ਤੇ ਕੰਨਾਂ 'ਚ ਉੱਚਾ ਸੁਣਨ ਲੱਗ ਗਿਆ ਸੀ, ਤੇ ਜਿਹੜੇ ਇੱਕ ਦੰਦ ਸੀ ਦੰਦ ਵੀ ਖਰਾਬ ਹੋ ਗਿਆ ਸੀ। ਉਸ ਤੋਂ ਬਾਅਦ ਕਹਿੰਦੇ ਜੇ ਅਸੀਂ ਨਾਲਾ ਕ੍ਰੋਸ ਕੀਤਾ, ਠੰਡ ਸਰਦੀ ਦਾ ਮੌਸਮ ਸੀਗਾ, ਦਸੰਬਰ ਜਨਵਰੀ ਦਾ, ਤੇ ਅਸੀਂ ਕਹਿੰਦੇ ਉੱਥੇ ਸ਼ਮਸ਼ਾਨ ਘਾਟ ਸੀਗਾ ਤੇ ਉੱਥੇ ਜਲਤਾ ਰਿਹਾ ਸੀ ਮੁਰਦਾ। ਤੇ ਕਹਿੰਦੇ ਅਸੀਂ ਉੱਥੇ ਸੇਕ ਸੂਕ ਲਿਆ ਆਪਣੇ ਆਪ ਨੂੰ, ਉਹਦੇ ਆਲੇ ਦੁਆਲੇ ਸੇਕ ਸੂਕ ਕੇ ਤੇ ਅੱਗ ਦੇ ਵਿੱਚ ਤੇ ਸੋ ਗਏ ਉੱਥੇ। ਸਵੇਰੇ ਪਤਾ ਲੱਗਿਆ ਵੀ ਇਹ ਤਾਂ ਪਿੰਡ ਦਾ ਉਹ ਹੈ, ਮਤਲਬ ਸ਼ਮਸ਼ਾਨ ਘਾਟ ਹੈ।
ਮਤਲਬ ਇਹ ਜੇ ਵੀ ਇਹਨਾਂ ਨੇ ਕਿੱਸੇ ਦੱਸਦੇ ਰਹਿੰਦੇ ਸੀ। ਬਾਕੀ ਇਹਨਾਂ ਤੋਂ ਮੈਂ ਬਰੀਕੀ 'ਚ ਪੁੱਛਦੀ ਰਹਿੰਦੀ ਸੀ ਫੌਜ ਬਾਰੇ, ਤੁਸੀਂ ਦੱਸੋ। ਇਹਨਾਂ ਨੇ ਮੈਨੂੰ ਦੱਸਣੀਆਂ ਗੱਲਾਂ ਤੇ ਉਹ ਮੈਂ ਆਪਣੀਆਂ ਕਹਾਣੀਆਂ 'ਚ ਲਿਖ ਲੈਂਦੀ ਸੀ। ਦੀਆਂ ਕਿਤਾਬਾਂ ਨੇ, 3 ਕਿਤਾਬਾਂ ਤੁਸੀਂ ਲਿਖੀਆਂ। ਤੁਹਾਡੀ ਕਿਤਾਬ ਦਰਦ ਪਰਿੰਦੇ ਦਾ, ਹਾਂਜੀ ਹਾਂਜੀ, ਕੋਈ ਇਸ ਤਰ੍ਹਾਂ ਦੀ ਕਹਾਣੀ ਤੁਹਾਡੀ ਜਿਹੜੀ ਤੁਹਾਡੇ ਦਿਲ ਦੇ ਬਹੁਤ ਨੇੜੇ ਹੋਏ? ਹਾਂਜੀ, ਮੈਂ ਤੁਹਾਨੂੰ ਦੱਸਦੀ। ਵੈਸੇ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮਾਂ ਨੂੰ ਬੱਚੇ ਤਾਂ ਆਪਣੇ ਸਾਰੇ ਪਿਆਰੇ ਹੁੰਦੇ ਆ, ਹੈ ਨਾ। ਵੈਸੇ ਮੈਨੂੰ ਤਾਂ ਇਹ ਸਾਰੀਆਂ ਕਹਾਣੀਆਂ ਬਹੁਤ ਹੀ ਅੱਛੀਆਂ ਲੱਗਦੀਆਂ, ਪਰ ਆਪਣੇ ਕੋਲ ਟਾਈਮ ਘੱਟ ਹੋਣ ਕਰਕੇ ਮੈਂ ਤੁਹਾਨੂੰ ਇਹ ਸ਼ਾਰਟ ਜਿਹੜੀ ਕਹਾਣੀ ਆ ਮੈਂ ਇਹੀ ਸੁਣਾਉਂਦੀ ਹਾਂ ਵੀ ਉਮਰਾਂ ਦੇ ਉਲਾਂਭੇ। ਕਿ ਇੱਕ ਪਤੀ ਪਤਨੀ ਹੈ, ਇਹ ਸਾਰੀ ਜ਼ਿੰਦਗੀ ਕੱਟ ਦਿੰਦੇ ਆ, ਫਿਰ ਵੀ ਜਿਹੜੇ ਇਹਨਾਂ ਉਲਾਂਭੇ ਆ ਨਾ ਇੱਕ ਦੂਜੇ ਨੂੰ ਖਤਮ ਨਹੀਂ ਹੁੰਦੇ, ਖਤਮ ਹੀ ਨਹੀਂ ਹੁੰਦੇ, ਹੈ ਨਾ। ਬੱਚੇ ਵਿਆਹੇ ਵੀ ਜਾਂਦੇ ਆ, ਹੈ ਨਾ, ਤਾਂ ਵੀ ਇਹਨਾਂ ਦੇ ਨਾ ਉਹ ਕਹਿੰਦੇ ਨੇ ਮੈਂ ਹੀ ਤੇਰੇ ਨਾਲ ਵਸੀ, ਹੋਰ ਕੋਈ ਵਸੇ ਵੀ ਨਾ। ਹਾਂਜੀ ਹਾਂਜੀ, ਇਸ ਤਰ੍ਹਾਂ ਮੈਂ ਨਾ ਇੱਕ ਪਾਰਕ 'ਚ ਸੈਰ ਕਰ ਰਹੀ ਸੀ ਤੇ ਉੱਥੇ ਮੈਂ ਇਹ ਮਤਲਬ ਕਹਾਣੀ ਮੇਰੇ ਦਿਮਾਗ 'ਚ ਆਈ, ਮੈਂ ਉੱਥੇ ਬੈਠ ਕੇ ਲਿਖਤੀ। ਮੈਂ ਪਾਰਕ ਵਿੱਚ ਸੈਰ ਕਰਦੀ ਫਿਰਦੀ ਸਾਂ ਕਿ ਬੈਂਚ ਤੇ ਬੈਠੇ ਬਜ਼ੁਰਗ ਮੀਆਂ ਬੀਵੀ ਆਪਸ ਵਿੱਚ ਜ਼ੋਰਦਾਰ ਬਹਿਸ ਕਰ ਰਹੇ ਸਨ। ਬਜ਼ੁਰਗ ਔਰਤ ਆਪਣੇ ਜੀਵਨ ਸਾਥੀ ਤੋਂ ਕੁਝ ਪੈਸੇ ਮੰਗ ਰਹੀ ਸੀ। ਮੈਂ ਸਰਦੀ ਦੇ ਕੱਪੜੇ ਲੈਣੇ ਨੇ, ਮੈਨੂੰ ਪੈਨਸ਼ਨਾਂ 'ਚੋਂ ਪੈਸਾ ਦੇਣਾ ਇਸ ਮਹੀਨੇ। ਉਹ ਹੱਸ ਕੇ ਕਹਿ ਰਿਹਾ ਸੀ ਕਿ ਤੀਵੀਂ ਦੇ ਸੂਟ ਤੇ ਹਾਥੀ ਦੇ ਅੱਗੇ ਸਿੱਟਿਆ ਫਰੂਟ ਕਦੀ ਖਤਮ ਹੋਣ ਦਾ ਨਾਂ ਹੀ ਨਹੀਂ ਲੈਂਦਾ। ਇਹ ਸੁਣਦੇ ਹੀ ਉਹ ਆਪੇ ਤੋਂ ਬਾਹਰ ਹੋ ਗਈ। ਤੂੰ ਮੈਨੂੰ ਜ਼ਿੰਦਗੀ ਭਰ ਦਿੱਤਾ ਹੀ ਕੀ ਏ, ਸਾਰੀ ਉਮਰ ਮੈਨੂੰ ਤਰਸਾਉਂਦਾ ਰਿਹਾ। ਉਧਰੋਂ ਜੀਵਨ ਸਾਥੀ ਵੀ ਰੰਗੀਲਾ ਸੀ, ਕਹਿੰਦਾ 2 ਨਿਆਣੇ ਨਹੀਂ ਦਿੱਤੇ ਜਿਹੜੇ ਵਿਦੇਸ਼ਾਂ 'ਚ ਵੱਸਦੇ ਨੇ, ਤੈਨੂੰ ਹੋਰ ਕੀ ਦੇਵਾਂ, ਆਪਣੀ ਜਾਨ ਦੇ ਦੇਵਾਂ। ਤੇ ਫਿਰ ਉਹ ਰੋਣ ਲੱਗ ਪਈ ਤੇ ਗੁੱਸੇ ਹੋ ਕੇ ਚਲੀ ਗਈ। ਉੱਥੇ ਬੈਠਾ ਇੱਕ ਹੋਰ ਬਾਬਾ ਜਿਹੜਾ ਆਦਮੀ ਤੀਵੀਂ ਦੀ ਲੜਾਈ ਸੁਣ ਕੇ ਕੰਨ ਰਸ ਲੈ ਰਿਹਾ ਸੀ, ਤੇ ਉਹਨੇ ਉਸ ਆਦਮੀ ਵੱਲ ਦੇਖ ਕੇ ਕਿਹਾ ਕਿ ਭਾਈ ਉਮਰਾਂ ਬੀਤ ਜਾਂਦੀਆਂ ਪਰ ਇਹਨਾਂ ਤੀਵੀਆਂ ਦੇ ਉਲਾਂਭੇ ਨਹੀਂ ਖਤਮ ਹੁੰਦੇ। ਤੇ ਉਹਨਾਂ ਦੀ ਗੱਲ ਸੁਣ ਕੇ ਤੀਜਾ ਬੰਦਾ ਵੀ ਬੋਲਣੋਂ ਨਾ ਰਹਿ ਸਕਿਆ। ਉਹ ਕਹਿੰਦਾ ਕਿ ਉਲਾਂਭੇ ਵੀ ਤਾਂ ਉੱਥੇ ਦਿੱਤੇ ਜਾਂਦੇ ਨੇ ਭਾਈ ਜਿੱਥੇ ਪਿਆਰ ਕੋਈ ਕਰਦਾ ਹੋਵੇ। ਵਾਹ ਜੀ ਵਾਹ, ਬਹੁਤ ਹੀ ਘੱਟ ਸ਼ਬਦਾਂ 'ਚ ਤੁਸੀਂ ਬਹੁਤ ਡੂੰਗੀ ਗੱਲ ਜਿਹੜੀ ਹੈ ਉਹ ਕਹਿ ਦਿੱਤੀ ਕਿ ਪਤੀ ਪਤਨੀ ਦਾ ਰਿਸ਼ਤਾ ਹੀ ਐਵੇਂ ਦਾ ਨਾ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਜਿੱਥੇ ਸਾਡਾ ਹੱਕ ਹੁੰਦਾ ਅਸੀਂ ਉੱਥੇ ਇਹ ਗੱਲ ਕਰ ਸਕਦੇ ਹਾਂਜੀ ਹਾਂ। ਹਾਂਜੀ ਹਾਂਜੀ, ਤੇ ਤੁਸੀਂ ਕਵਿਤਾਵਾਂ ਲਿਖਦੇ ਹੋ, ਹਾਂਜੀ, ਕੋਈ ਤੁਹਾਡੀ ਐਵੇਂ ਦੀ ਨਜ਼ਮ ਜਿਹੜੀ ਤੁਹਾਡੇ ਦਿਲ ਦੇ ਬਹੁਤ ਨੇੜੇ ਹੋਏ ਉਹ ਵੀ ਸਾਨੂੰ ਜ਼ਰੂਰ ਸੁਣਾਓ। ਠੀਕ ਹੈ। ਫਿਰ ਉਹੀ ਫੌਜੀ ਦੀ ਗੱਲ ਆ ਜਾਂਦੀ ਹੈ ਵਿੱਚ, ਤੇ ਮੈਂ ਫਿਰ ਉਹਨਾਂ ਤੇ ਇੱਕ ਲਿਖੀ ਸੀ ਕਵਿਤਾ, ਬੜੀ ਦੇਰ ਹੋ ਗਈ ਮੇਰੀ ਅਖਬਾਰ 'ਚ ਵੀ ਇਹ ਛਪੀ ਸੀਗੇ। ਉਡੀਕ। ਇੱਕ ਫੌਜਣ ਆਪਣੇ ਪਤੀ ਨੂੰ ਜਦੋਂ ਉਡੀਕਦੀ ਹੈ। ਜਦੋਂ ਤੂੰ ਜੰਗ ਤੇ ਗਿਆ ਸੀ, ਜਦੋਂ ਤੂੰ ਜੰਗ ਤੇ ਗਿਆ ਸੀ ਤਾਂ ਮੇਰੀਆਂ ਸੱਜਰੀਆਂ ਸੱਧਰਾਂ ਨੇ ਤੈਨੂੰ ਰੋ ਰੋ ਕੇ ਕਿਹਾ ਸੀ ਕਿ ਸਿਆਲਾਂ ਦੀਆਂ ਲੰਬੀਆਂ ਰਾਤਾਂ ਵੇ ਮੈਂ ਕਿੱਦਾਂ ਗੁਜ਼ਾਰਾਂਗੀ। ਤਾਂ ਤੂੰ ਮੇਰੇ ਗਲ ਵਿੱਚ ਬਾਹਾਂ ਪਾਈਆਂ ਸਨ, ਮੇਰੀ ਛੈਲ ਛਬੀਲੀਏ ਮੈਂ ਜਲਦੀ ਜੰਗ ਜਿੱਤ ਕੇ ਆਵਾਂਗਾ। ਤੇਰੀਆਂ ਸਾਰੀਆਂ ਸੱਧਰਾਂ ਨੂੰ ਮੈਂ ਮੁੜ ਆਣ ਜਗਾਵਾਂਗਾ। ਮਾਂਗ ਦਾ ਸੰਧੂਰ ਮੈਂ ਆਪਣੇ ਹੱਥਾਂ ਨਾਲ ਸਜਾਵਾਂਗਾ, ਮੇਰੀ ਤੂੰ ਉਡੀਕ ਕਰੀਂ। ਆਪਣੇ ਹੱਥਾਂ ਨਾਲ ਸਜਾਵਾਂਗਾ, ਬਿੰਦੀ ਤੇਰੇ ਮੱਥੇ ਦੀ ਮੈਂ ਹੋਠਾਂ ਨਾਲ ਲਗਾਵਾਂਗਾ, ਮੇਰੀ ਤੂੰ ਉਡੀਕ ਕਰੀਂ। ਪਰ ਅੱਜ ਮੇਰੀ ਉਡੀਕ ਦਾ ਭਿਆਨਕ ਅੰਤ ਆਇਆ ਹੈ। ਅੱਜ ਮੇਰੀ ਉਡੀਕ ਦਾ ਭਿਆਨਕ ਅੰਤ ਆਇਆ ਹੈ, ਜਦੋਂ ਤੇਰੀ ਸ਼ਹੀਦੀ ਦਾ ਫੁਰਮਾਨ ਮੇਰੇ ਕੋਲ ਆਇਆ ਹੈ। ਮੇਰੀਆਂ ਅੱਖਾਂ ਦੇ ਅੱਗੇ ਘੂਪ ਹਨੇਰਾ ਛਾਇਆ ਹੈ, ਹੱਥਾਂ ਦੀਆਂ ਲਕੀਰਾਂ ਵੱਲ ਮੈਂ ਘੂਰ ਘੂਰ ਕੇ ਤੱਕਦੀ ਹਾਂ। ਵਾਣੀ ਮੇਰੀ ਕਿਸਮਤੇ ਤੂੰ ਕਿਹਾ ਕਹਿਰ ਕਮਾਇਆ ਹੈ, ਪਰ ਮੈਂ ਇਸ ਕਿਸਮਤ ਨੂੰ ਹਾਰ ਦਿਖਾਵਾਂਗੀ। ਉਮਰ ਭਰ ਸ਼ਹੀਦ ਦੀ ਪਤਨੀ ਕਹਾਵਾਂਗੀ, ਤੇਰੀਆਂ ਅਧੂਰੀਆਂ ਸੱਧਰਾਂ ਨੂੰ ਰੱਬ ਤੋਂ ਫੇਰ ਜਿੰਦਾ ਕਰਾਵਾਂਗੀ। ਇਸੇ ਤਰ੍ਹਾਂ ਮੇਰੇ ਢੋਲ ਸਿਪਾਹੀਆ ਤੇਰੀ ਯਾਦ 'ਚ ਮੈਂ ਸਾਰੀ ਉਮਰ ਬਿਤਾਵਾਂਗੀ। ਮਰ ਕੇ ਦੁਬਾਰਾ ਤੇਰੇ ਕੋਲ ਆਵਾਂਗੀ ਤੇ ਹੁਣ ਤੂੰ ਮੇਰੀ ਉਡੀਕ ਕਰੀਂ। ਬਹੁਤ ਡੂੰਘਾ ਜਿਹੜਾ ਦਰਦ ਹੈ ਤੁਸੀਂ ਤੁਹਾਡੀ ਹਰ ਰਚਨਾ ਦੇ ਵਿੱਚ ਜਿਹੜਾ ਹੈ ਦੇਖਣ ਨੂੰ ਮਿਲਦਾ। ਉਂਝ ਕਹਿੰਦੇ ਜੇ ਅਸੀਂ ਔਰਤ ਦੀ ਗੱਲ ਕਰਨੀ ਹੋਵੇ ਨਾ ਤਾਂ ਚਾਹੇ ਪੂਰੇ ਵਿਸ਼ਵ ਦੀਆਂ ਔਰਤਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਦਰਦ ਇੱਕ ਕਾਮਨ ਜਿਹੜਾ ਇੱਕ ਸਾਂਝਾ ਸ਼ਬਦ ਅਸੀਂ ਵਰਤ ਸਕਦੇ ਹਾਂ। ਦਰਦ ਤਾਂ ਆਪਣਾ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਕੋਈ ਵਿਦੇਸ਼ ਹੋਵੇ ਜਾਂ ਜਿੱਥੇ ਹੋਵੇ, ਜਿਹੜੀ ਕੋਈ ਫੌਜੀ ਦੀ ਪਤਨੀ ਹੋਏਗੀ ਨਾ ਉਹਦਾ ਦਰਦ ਸਾਂਝਾ ਹੋਏਗਾ।
ਤੁਸੀਂ ਸਾਡੇ ਸਟੂਡੀਓ ਆਏ, ਸਾਡੇ ਨਾਲ ਆਪਣੀਆਂ ਰਚਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ, ਆਪਣੇ ਨਿੱਜੀ ਜੀਵਨ ਦੇ ਅਨੁਭਵ ਦੱਸੇ। ਤੁਹਾਡਾ ਬਹੁਤ ਬਹੁਤ ਧੰਨਵਾਦ।